एक शख्स पटवारी की कब्र पर 2-2 घंटे बैठा रहता है, उससे लड़ता भी है, उसकी शिकायतें रब से भी करता है, उससे बद्दुआएं भी देता है, जो कि गौरकर ने कहा कि मैंने सुना, फिर मैंने आपको बता दिया। तो मैं हैरान हो गया कि पटवारी तो अब फौत हो चुका है, लेकिन उसका मामला अभी तक नहीं खत्म हुआ। ऐसा मामला है क्या? ਇਹ ਪਟਵਾਰੀ ਦੇ ਕਿੱਥੇ ਗਿਆ ਇਹਦਾ ਪ੍ਰੋਟੋਕੋਲ, ਕਿੱਥੇ ਗਏ ਇਹਦੇ ਗਨਮੈਨ, ਕਿੱਥੇ ਗਏ ਇਹਦੇ ਮੁਲਾਜ਼ਮ? ਜਦੋਂ ਮੈਂ ਇਹਦੇ ਦਫ਼ਤਰ ਜਾਂਦਾ ਸਾਂ ਆਪਣੇ ਮੁਲਾਜ਼ਮਾਂ ਨੂੰ ਇਹ ਕਹਿੰਦਾ ਸੀਗਾ ਕਿ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਇਹਨੂੰ ਇਸ ਪਟਵਾਰੀ ਨੂੰ ਇਹ ਪੁੱਛੋ ਕਿ ਜਦੋਂ ਦੁਨੀਆ ਤੇ ਇਹਦੀ ਕਲਮ ਚੱਲਦੀ ਸੀ, ਇੱਧਰ ਦਾ ਪਲਾਟ ਇੱਧਰ, ਇੱਧਰ ਦਾ ਪਲਾਟ ਇੱਧਰ ਕਰਦਾ ਸੀ, ਤੇ ਅੱਜ ਕਵਰ ਦੇ ਵਿੱਚ ਇਹ ਕਿਸੇ ਦੇ ਅਮਾਲ ਕਲਮ ਦੇ ਨਾਲ ਆਪਣੇ ਪਾਸੇ ਤੇ ਲਿਆਵੇ। ਇਸ ਪਟਵਾਰੀ ਦੀ ਖਾਤਰ ਮੈਂ ਨਹੀਂ, ਕਈ ਘਰ ਉਜੜੇ ਨੇ। ਮੇਰੇ ਸਾਹਮਣੇ ਇੱਕ ਬਜ਼ੁਰਗ 70 ਸਾਲ ਦਾ ਬਜ਼ੁਰਗ ਪਟਵਾਰੀ ਦੇ ਮਿੰਨਤਾਂ ਕਰਦਾ ਰਿਹਾ, ਤਰਲੇ ਕਰਦਾ ਰਿਹਾ। ਮੈਂ ਵੀ ਮਿੰਨਤਾਂ ਤਰਲੇ ਕਰਦਾ ਰਿਹਾ ਕਿ ਪਟਵਾਰੀ ਸਾਹਿਬ ਤੁਹਾਡੀ ਮਿਹਰਬਾਨੀ, ਤੁਹਾਡੇ ਅੱਗੇ ਮੈਂ ਹੱਥ ਜੋੜੇ ਨੇ, ਮੇਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਇਹੋ ਹੀ ਹੈ। ਲੇਕਿਨ ਇਹਨੇ ਮੇਰੀ ਇੱਕ ਨਹੀਂ ਸੁਣੀ। ਇਹਨੇ ਆਪਣੇ ਮੁਲਾਜ਼ਮ ਨੂੰ, ਗਨਮੈਨਾਂ ਨੂੰ, ਡਰਾਈਵਰਾਂ ਨੂੰ, ਸਾਰਿਆਂ ਨੂੰ ਕਹਿ ਕੇ ਧੱਕੇ ਮਰਵਾ ਕੇ ਸਾਨੂੰ ਬਾਹਰ ਕੱਢ ਦਿੱਤਾ। नाज़रीन, आज मैं कब्रिस्तान में मौजूद हूँ। आप हैरान होंगे कि मेरा काम कब्रिस्तान में क्या है, लेकिन यहाँ का गौरकर मेरा दोस्त है। उसने मुझे कॉल की कि यार एक शख्स आता है, पटवारी की कब्र पर 2-2 घंटे बैठा रहता है, उससे लड़ता भी है, उसकी शिकायतें रब से भी करता है, और उससे बड़े मसले मसाइल हैं जो करता ही रहता है, 2-2 घंटे बोलता ही रहता है, अल्लाह से शिकायतें करता है, उससे बद्दुआएं भी देता है, जो कि गौरकर ने कहा कि मैंने सुना, फिर मैंने आपको बता दिया। तो मैं हैरान हो गया कि पटवारी तो अब फौत हो चुका है, लेकिन उसका मामला अभी तक नहीं खत्म हुआ। ऐसा मामला है क्या जो कब्र तक वो पीछा करता हुआ शख्स पहुंच गया? तो मैं उससे बात करूंगा। क्या हाल है जी? ठीक ठाक। नाम की है? गुड्डू। गुड्डू भाई, की मामला पटवारी ते फौत हो गया, मामला की है? और 2-2 घंटे आना, ਇਹਦੇ ਨਾਲ ਗੱਲਾਂ ਕਰਨੀਆਂ, ਅੱਲਾ ਨੂੰ ਸ਼ਿਕਾਇਤਾਂ ਲਾਣੀਆਂ, ਬਦਦੁਆਵਾਂ ਦੇਣੀਆਂ, ਫਿਰ ਦੁਆ ਵੀ ਮੰਗਣੀ, ਕੀ ਮਾਮਲਾ ਹੈ? ਇਸ ਪਟਵਾਰੀ ਨੇ ਮੇਰੇ 2 ਕਨਾਲ ਦੇ ਪਲਾਟ ਤੇ ਕਬਜ਼ਾ ਕੀਤਾ। ਕੀਤਾ ਕਿ ਕਿਸੇ ਨੂੰ ਕਰਵਾਤਾ ਜਾਂ ਆਪਣੇ ਕੋਲ ਰੱਖ ਲਈ? ਜ਼ਰਾ ਖੁੱਲ ਕੇ ਗੱਲ ਦੱਸਣੀ, ਸਾਰਾ ਖੁੱਲ ਕੇ ਦੱਸ। ਪਤਾ ਨਹੀਂ ਇਹਨੇ ਅੱਧਾ ਆਪ ਰੱਖਿਆ, ਅੱਧਾ ਇਹਨੇ ਕਿਸੇ ਕੋਲੋਂ ਕਬਜ਼ਾ ਕਰਵਾਇਆ। ਠੀਕ ਹੈ, ਤੇ ਅਸੀਂ ਰੁਲ ਗਏ ਆ। ਅਸੀਂ ਹੁਣ ਕਿਰਾਇਆਂ ਤੇ ਰਹਿਣ ਡਏ ਆ। ਠੀਕ ਹੈ, ਤੇ ਕਿਸੇ ਵੇਲੇ ਸਾਡੇ ਕੋਲ ਕਿਰਾਇਆ ਵੀ ਨਹੀਂ ਹੁੰਦਾ। ਮਾਲਕ ਮਕਾਨ ਆਣ ਕੇ ਸਾਨੂੰ ਝਿੜਕਾਂ ਮਾਰਦਾ। ਕਿਸੇ ਟਾਈਮ ਦੀ ਅਸੀਂ 2 ਟਾਈਮ ਦੀ ਰੋਟੀ ਵੀ ਨਹੀਂ ਖਾਂਦੇ, ਆਪਣਾ ਪੇਟ ਕੱਟ ਕੇ ਤੇ ਮਾਲਕ ਨੂੰ ਕਿਰਾਇਆ ਦੇ ਦਿੰਦੇ ਕਿ ਸਾਨੂੰ ਸਾਡੀ ਕੋਲੋਂ ਸਾਡੀ ਛੱਤ ਨਾ। ਮਤਲਬ ਕਿ ਇਸ ਪਟਵਾਰੀ ਨੇ ਤੁਹਾਡਾ ਹੱਕ ਖਾਦਾ ਹੈ? ਪਟਵਾਰੀ ਨੇ ਸਾਡਾ ਹੱਕ ਖਾਦਾ, ਸਾਡੇ ਪਲਾਟ ਤੇ ਨੇ ਕਬਜ਼ਾ ਕੀਤਾ ਵੀ ਤੇ ਕਰਵਾਇਆ। ਇਹ ਕੈਮਰਾ ਹੈ, ਸਾਰਾ ਕੁਝ ਤੇਰੇ ਵਾਸਤੇ ਹਾਜ਼ਰ ਹੈ। ਅੱਜ ਪਟਵਾਰੀ ਵੀ ਤੇਰੇ ਕੋਲ ਹੈ, ਅੱਲਾ ਕੋਲੋਂ ਪਹੁੰਚਿਆ ਹੋਇਆ ਹੈ। ਬਿਲਕੁਲ, ਅੱਲਾ ਨਾਲ ਗੱਲਾਂ ਕਰ, ਇਹਦੇ ਨਾਲ ਕਰ, ਜੋ ਦਿਲ 'ਚ ਹੈਗਾ ਹੀ ਅੱਜ ਸਾਰਾ ਕੁਝ ਕਹਿ ਲਾ, ਤਾਂ ਕਿ ਆਵਾਮ ਨੂੰ ਪਤਾ ਚੱਲੇ ਕਿ ਇਹ ਬੰਦਾ ਕਬਰ ਤੇ ਕਿਉਂ ਆਂਦਾ। ਇਹ ਪਟਵਾਰੀ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਗੱਲ ਕਰ ਲੈਨੇ ਫਿਰ। ਇਸ ਪਟਵਾਰੀ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਜਿਹੜਾ ਤੂੰ ਦੁਨੀਆ ਤੇ ਕਬਜ਼ਾ ਕੀਤਾ, ਪੈਸਾ ਧੇਲਾ ਕਮਾਇਆ, ਜਿਨ੍ਹਾਂ ਦੀ ਖਾਤਰ ਤੂੰ ਪਾਪ ਕਮਾਇਆ, ਉਹਨਾਂ ਨੇ ਤੇ ਤੇਰੀ ਕਬਰ ਵੀ ਨਹੀਂ ਪੱਕੀ ਕਰਵਾਈ। ਇਹ ਪਟਵਾਰੀ ਦੇ ਕਿੱਥੇ ਗਿਆ ਇਹਦਾ ਪ੍ਰੋਟੋਕੋਲ, ਕਿੱਥੇ ਗਏ ਇਹਦੇ ਗਨਮੈਨ, ਕਿੱਥੇ ਗਏ ਇਹਦੇ ਮੁਲਾਜ਼ਮ? ਜਦੋਂ ਮੈਂ ਇਹਦੇ ਦਫ਼ਤਰ ਜਾਂਦਾ ਸਾਂ ਆਪਣੇ ਮੁਲਾਜ਼ਮਾਂ ਨੂੰ ਇਹ ਕਹਿੰਦਾ ਸੀਗਾ ਕਿ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ। ਇਸ ਪਟਵਾਰੀ ਨੂੰ ਕਹੋ ਕਿ ਬੁਲਾਓ ਆਪਣੇ ਪ੍ਰੋਟੋਕੋਲ, ਬੁਲਾਓ ਗਨਮੈਨ, ਮੁਲਾਜ਼ਮ, ਡਰਾਈਵਰ ਕਿੱਥੇ ਆ? ਅੱਜ ਵੀ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਣ। ਇਹਨਾਂ ਨੂੰ, ਇਸ ਪਟਵਾਰੀ ਨੂੰ ਇਹ ਪੁੱਛੋ ਕਿ ਕਦੀ ਤੇਰੀ ਕਬਰ ਤੇ ਕੋਈ ਆਇਆ? ਜਿਨ੍ਹਾਂ ਦੀ ਖਾਤਰ ਤੂੰ ਪਾਪ ਕਮਾਇਆ, ਉਹ ਤੇ ਤੈਨੂੰ 5 ਫੁੱਟ ਦੀ ਜਗ੍ਹਾ ਤੇ ਦਫਨਾ ਕੇ ਤੇ ਚਲ ਗਏ ਆ। ਸਾਡੇ 2 ਕਨਾਲ ਦੀ ਜਗ੍ਹਾ ਤੇ ਇਹਨੇ ਕਬਜ਼ਾ ਕੀਤਾ ਤੇ ਆਪ 5 ਫੁੱਟ ਦੀ ਜਗ੍ਹਾ ਤੇ ਪਿਆ। ਇਹਨੂੰ, ਇਸ ਪਟਵਾਰੀ ਨੂੰ ਇਹ ਪੁੱਛੋ ਕਿ ਜਦੋਂ ਦੁਨੀਆ ਤੇ ਇਹਦੀ ਕਲਮ ਚੱਲਦੀ ਸੀ, ਇੱਧਰ ਦਾ ਪਲਾਟ ਇੱਧਰ, ਇੱਧਰ ਦਾ ਪਲਾਟ ਇੱਧਰ ਕਰਦਾ ਸੀ, ਤੇ ਅੱਜ ਕਬਰ ਦੇ ਵਿੱਚ ਇਹ ਕਿਸੇ ਦੇ ਅਮਾਲ ਕਲਮ ਦੇ ਨਾਲ ਆਪਣੇ ਪਾਸੇ ਤੇ ਲਿਆਵੇ। ਇਹਨੂੰ ਕੋ ਪੁੱਛੋ ਤਾਂ ਸਹੀ, ਕਬਰ ਨੂੰ ਪੁੱਛੋ ਤਾਂ ਸਹੀ ਇਸ ਪਟਵਾਰੀ ਨੂੰ ਕਿ ਦੁਨੀਆ ਤੇ ਕੀ ਪਾਪ ਕਮਾਉਂਦਾ ਰਿਹਾ। ਇਸ ਪਟਵਾਰੀ ਦੀ ਖਾਤਰ ਮੈਂ ਨਹੀਂ, ਕਈ ਘਰ ਉਜੜੇ ਨੇ। ਮੇਰੇ ਸਾਹਮਣੇ ਇੱਕ ਬਜ਼ੁਰਗ 70 ਸਾਲ ਦਾ ਬਜ਼ੁਰਗ ਪਟਵਾਰੀ ਦੇ ਮਿੰਨਤਾਂ ਕਰਦਾ ਰਿਹਾ, ਤਰਲੇ ਕਰਦਾ ਰਿਹਾ। ਮੈਂ ਵੀ ਮਿੰਨਤਾਂ ਤਰਲੇ ਕਰਦਾ ਰਿਹਾ ਕਿ ਪਟਵਾਰੀ ਸਾਹਿਬ ਤੁਹਾਡੀ ਮਿਹਰਬਾਨੀ, ਤੁਹਾਡੇ ਅੱਗੇ ਮੈਂ ਹੱਥ ਜੋੜੇ ਨੇ, ਮੇਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਇਹੋ ਹੀ ਹੈ। ਲੇਕਿਨ ਇਹਨੇ ਮੇਰੀ ਇੱਕ ਨਹੀਂ ਸੁਣੀ। ਇਹਨੇ ਆਪਣੇ ਮੁਲਾਜ਼ਮ ਨੂੰ, ਗਨਮੈਨਾਂ ਨੂੰ, ਡਰਾਈਵਰਾਂ ਨੂੰ, ਸਾਰਿਆਂ ਨੂੰ ਕਹਿ ਕੇ ਧੱਕੇ ਮਰਵਾ ਕੇ ਸਾਨੂੰ ਬਾਹਰ ਕੱਢ ਦਿੱਤਾ। ਅੱਜ 5 ਫੁੱਟ ਦੀ ਜਗ੍ਹਾ ਤੇ ਪਿਆ। ਮੈਂ ਅਦਾਲਤ ਦੇ ਵਿੱਚ ਕੇਸ ਆਪਣਾ ਜਮ੍ਹਾਂ ਕਰਾਇਆ, ਉੱਥੇ ਮੇਰੀ ਸੁਣਵਾਈ ਨਹੀਂ ਹੋਈ, ਕਿਸੇ ਨੇ ਮੇਰੀ ਕੋਈ ਨਹੀਂ ਸੁਣੀ। ਹੁਣ ਮੈਂ ਰੋਜ਼ੇ ਮਹਿਸ਼ਰ ਰੱਬ ਦੀ ਅਦਾਲਤ 'ਚ ਆਪਣਾ ਕੇਸ ਜਮ੍ਹਾਂ ਕਰਵਾਵਾਂਗਾ ਤੇ ਰੋਜ਼ੇ ਮਹਿਸ਼ਰ ਹੋ ਗਿਆ। ਰੱਬ ਦੀ ਅਦਾਲਤ 'ਚ ਜਦੋਂ ਤੈਨੂੰ ਦੁਨੀਆ ਤੋਂ ਇਨਸਾਫ ਨਹੀਂ ਮਿਲਿਆ ਸੀ ਨਾ, ਅਦਾਲਤ ਉੱਤੇ ਚਲਾ ਗਿਆ ਸੀ ਅੱਲਾਹ ਪਾਕ ਦੇ ਕੋਲ। ਹੁਣ ਮੈਂ ਇਹਨੂੰ ਰੋਜ਼ੇ ਮਹਿਸ਼ਰੇ ਦਾ ਗਿਰੇਬੰਨ ਫੜ ਕੇ ਇਹਨੂੰ ਝੰਜੋੜ ਕੇ ਕਵਾਂਗਾ, ਇੱਥੇ ਵੀ ਪਲਾਟ ਦਾ ਵਾਧਾ ਘਾਟਾ ਕਰ, ਇੱਥੇ ਵੀ ਆਪਣੀ ਕਲਮ ਚਲਾ, ਇੱਥੇ ਤੇਰਾ ਕਿੱਥੇ ਗਿਆ ਤੇਰਾ ਪ੍ਰੋਟੋਕੋਲ। ਕਦੀ ਇਸ ਪਟਵਾਰੀ ਨੂੰ ਇਹ ਪੁੱਛੋ ਕਦੀ ਤੇਰੀ ਕਬਰ ਤੇ ਤੇਰੇ ਭੈਣ ਭਰਾ, ਬੀਵੀ, ਬੱਚੇ ਫਾਤਿਹਾ ਕਹਿਣ ਆਏ ਨੇ? ਆ ਵੇਖੋ, ਉਦਾਂ ਹੀ ਘਟਾ ਪਿਆ।
ਕਦੀ ਤੇਰੀ ਕਬਰ ਤੇ ਆਣ ਕੇ ਜੁਮੇ ਵਾਲੇ ਦਿਨ ਕਿਸੇ ਨੇ ਫੁੱਲ ਸੁੱਟੇ ਆ, ਕਦੀ ਤੇਰਾ ਖਤਮ ਦਰੂਦ ਦਵਾਇਆ, ਕਦੀ ਤੇਰੇ ਤੇ ਆਣ ਕੇ ਫਾਤਿਹਾ ਕਹੀ ਹੈ। ਪੁੱਛੋ ਇਸ ਪਟਵਾਰੀ ਨੂੰ, ਇਹਨੇ ਸਾਨੂੰ ਗਲੀਆਂ ਦੇ ਕੱਖਾਂ ਵਾਂਗੂ ਹੌਲਾ ਕਰ ਦਿੱਤਾ। ਅੱਜ 4 ਸਾਲ ਹੋ ਗਏ ਨੇ ਕਿ ਮੈਂ ਇਹਦੀ ਕਬਰ ਤੇ ਆਉਣਾ ਵਾ, ਰੋਜ਼ 2 ਘੰਟੇ ਆਣ ਕੇ ਬਹਿਣਾ ਵਾ। ਇਹਨੂੰ ਕੋ ਉੱਠ ਕੇ ਮੇਰੇ ਨਾਲ ਗੱਲ ਤੇ ਕਰੇ। 4 ਸਾਲ ਤੋਂ ਆ ਰਹੇ हैं। ਹਾਂਜੀ, ਮੈਂ 4 ਸਾਲ ਤੋਂ ਆ ਰਿਹਾ ਇਸ ਕਬਰ ਤੇ। ਸਿਰਫ ਇਹ ਪੁੱਛਣ ਆ ਰਿਹਾ ਕਿ ਪਟਵਾਰੀ ਸਾਹਿਬ ਮੇਰਾ ਕਸੂਰ ਕੀ ਸੀ, ਮੇਰੇ ਬੱਚਿਆਂ ਦਾ ਕੀ ਕਸੂਰ ਸੀ ਕਿ ਜਿਹੜੀ ਮੇਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਤੁਸੀਂ ਅੱਧੀ ਆਪਣੇ ਨਾਂ ਲਾ ਲਈ, ਅੱਧੀ ਕਿਸੇ ਦੇ ਨਾਂ ਲਵਾ। ਕਿੰਨੀ ਸੀ ਜ਼ਮੀਨ, ਕਿੰਨੀ ਸੀ? 2 ਕਨਾਲ ਮੇਰੇ ਪਿਓ ਦਾਦੇ ਦੀ ਸੀਗੀ, ਸਾਡੀ ਜਮ੍ਹਾਂ ਪੂੰਜੀ ਸੀ ਸਾਡੀ। ਅਸੀਂ ਉਹਦੇ 'ਚ ਮੇਰੇ ਬੱਚੇ ਸਨ, ਬੀਵੀ ਸਨ, ਮੇਰੇ ਤਾਏ ਚਾਚੇ ਸਨ। ਇਹਨੇ ਸਾਰਿਆਂ ਤੇ ਕਬਜ਼ਾ ਕਰ ਲਿਆ। ਇਸ ਪਟਵਾਰੀ ਨੂੰ ਇਹ ਤੇ ਪੁੱਛੋ ਇੱਕ ਵਾਰੀ ਉੱਠ ਕੇ ਮੈਨੂੰ ਤੇ ਕਵੇ ਕਿ ਮੈਨੂੰ ਵੀ ਤੇ ਪਤਾ ਲੱਗੇ ਕਿ ਇਹਨੇ ਜੋ ਮੇਰੇ ਨਾਲ ਕੀਤਾ। ਹੁਣ ਇਹਨਾਂ ਮੈਂ ਗੱਲਾਂ ਕਰਦਾ, ਕਿਉਂ ਨਹੀਂ ਉੱਠਦਾ ਇਹ? ਇਸ ਪਟਵਾਰੀ ਨੂੰ ਮੈਂ ਕੀ ਕਹਾਂ? ਹੁਣ ਰੋਜ਼ੇ ਮੈਸ਼ਰੇ ਦਾ ਮੈਂ ਗਿਰੇਬਾਨ ਫੜ ਕੇ ਕਵਾਂਗਾ। ਇਹ ਕਲਮ ਚਲਾਉਂਦਾ ਸੀ, ਇਹਦਾ ਪ੍ਰੋਟੋਕੋਲ ਨਹੀਂ ਸੀ ਮਾਨ। ਵੱਡੇ ਵੱਡੇ ਹੋਟਲਾਂ 'ਚ ਖਾਣਾ ਖਾਂਦਾ ਸੀ। ਇਹਨਾਂ ਦੇ ਘਰ ਤੁਸੀਂ ਜਾ ਕੇ ਦੇਖੋ, ਪੱਥਰ ਲੱਗਾ, ਸ਼ੀਸ਼ਾ ਲੱਗਾ, ਐਸ਼ੋ ਆਰਾਮ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ। ਸਾਲ ਦੇ ਵਿੱਚ ਇਹਦੀ ਕਬਰ ਤੇ 2 ਘੰਟੇ ਡੇਲੀ ਆਂਦੀ। ਕੋਈ ਬੱਚਾ, ਕੋਈ ਭੈਣ ਭਰਾ ਦਾ ਤੁਹਾਡੇ ਹੁੰਦੇ ਆਇਆ ਵੈਸੇ? ਨਹੀਂ, ਮੈਂ ਨਹੀਂ ਅੱਜ ਤੱਕ ਵੇਖਿਆ, ਸਿਰਫ ਮੈਂ ਹੀ ਆਉਣਾ ਵਾਂ। ਮੈਂ ਇਕੱਲੇ ਹੀ ਆਣ ਕੇ ਸਿਰਫ ਇਹਨੂੰ ਇਹੀ ਪੁੱਛਦਾ ਕਿ ਪਟਵਾਰੀ ਸਾਹਿਬ ਉੱਠੋ, ਕਿੱਥੇ ਆ ਮੇਰਾ ਪਲਾਟ, ਕਿੱਥੇ ਤੁਹਾਡੀ ਕਲਮ, ਕਿੱਥੇ ਤੁਹਾਡਾ ਪ੍ਰੋਟੋਕੋਲ, ਜਿਨ੍ਹਾਂ ਦੀ ਖਾਤਰ ਤੁਸੀਂ ਪਾਪ ਕਮਾਇਆ ਹੈ? ਕਿੱਥੇ ਨੇ ਤੁਹਾਡੇ ਉਹ ਬੀਵੀ ਬੱਚੇ ਜਿਨ੍ਹਾਂ ਦੀ ਖਾਤਰ ਤੂੰ ਗੱਡੀ ਦੇ ਵਿੱਚ ਇੰਨਾ ਫਰੂਟ ਰੱਖ ਕੇ ਲੈ ਕੇ ਜਾਂਦਾ ਸਾਂ, ਪੀਜ਼ਾ ਲੈ ਕੇ ਜਾਂਦਾ ਸਾਂ, ਵੱਡੀ ਤੇ ਕੁਰਬਾਨੀ ਦੇ ਵਿਹੜੇ ਲੈਂਦਾ ਸਾਂ? ਉਹ ਆਪਣੀ ਕਮਾਈ ਦੇ ਨਹੀਂ ਸੀ ਲੈਂਦੇ, ਸਾਡੇ ਗਰੀਬਾਂ ਦੀ ਕਮਾਈ ਦੇ ਲੈਂਦੇ ਸਨ। ਸਿਰਫ ਕਲਮ ਚਲਾਉਂਦੇ ਸੀ, ਘੁੱਗੀ ਚਲਾਉਂਦੇ ਸੀ। ਤੇ ਲੋਕੀ ਇਹਨਾਂ ਦੇ ਘਰ ਵੱਡੀ ਤੇ ਵਰੇ ਦਿਨਾਂ ਦੇ ਦਿਨ ਲੋਕੀ ਫਰੂਟ ਲੈ ਕੇ ਇਹਨਾਂ ਨੂੰ ਪੇਟੀਆਂ ਦੀਆਂ ਪੇਟੀਆਂ ਦਿੰਦੇ ਸਨ, ਲਿਫਾਫਿਆਂ 'ਚ ਪੈਸੇ ਪਾ ਕੇ ਦਿੰਦੇ ਸਨ। ਅਸੀਂ ਇਹਨਾਂ ਦੇ ਅੱਗੇ ਹੱਥ ਵੀ ਜੋੜੇ, ਮਿੰਨਤਾਂ ਵੀ ਕੀਤੀਆਂ ਇਹਨਾਂ ਦੀਆਂ ਕਿ ਪਟਵਾਰੀ ਸਾਹਿਬ ਮੇਰੇ ਬੱਚੇ ਰੁਲ ਜਾਣਗੇ, ਮੇਰੇ ਨਾਲ ਇਹ ਜ਼ੁਲਮ ਨਾ ਕਰੋ। ਕਿਰਾਏ ਤੇ ਬੈਠੇ ਹੋ ਕਿ ਆਪਣੀ ਜਗ੍ਹਾ ਤੁਹਾਡੇ ਕੋਲ? ਹੁਣ ਅਸੀਂ ਕਿਰਾਏ ਤੇ ਬੈਠੇ ਹਾਂ। ਮਹੀਨਾ ਤੇ ਇੰਜ ਆ ਜਾਂਦਾ, ਮਹੀਨੇ ਬਾਅਦ ਮਾਲਕ ਮਕਾਨ ਕਿਰਾਇਆ ਲੈਣ ਆ ਜਾਂਦਾ। ਤੇ ਅਸੀਂ ਕਿੱਥੋਂ ਕਿਰਾਇਆ ਦਈਏ? ਕਿਰਾਇਆ ਦਈਏ ਜਾਂ ਬੱਚੇ ਪਾਲੀਏ ਜਾਂ ਬਿਜਲੀ ਦਾ ਬਿੱਲ ਦਈਏ? ਮਹਿੰਗਾਈ ਤੇ ਵੇਖੋ ਕਿੰਨੀ ਆ, ਕਿੱਧਰ ਨੂੰ ਚਲੇ ਜਾਈਏ? ਅਸੀਂ ਮੂੰਹ ਕਾਲਾ ਕਰ ਲਈਏ। ਅਗਰ ਖੁਦਕੁਸ਼ੀ ਹਲਾਲ ਹੁੰਦੀ ਤੇ ਹੋ ਸਕਦਾ ਅਸੀਂ ਖੁਦਕੁਸ਼ੀ ਕਰ ਲੈਂਦੇ, ਲੇਕਿਨ ਖੁਦਕੁਸ਼ੀ ਵੀ ਹਰਾਮ ਹੈ। ਅੱਛਾ, ਇਹਨੂੰ ਮਾਫੀ ਮਿਲ ਸਕਦੀ ਹੈ? ਮਾਫੀ ਰੋਜ਼ੇ ਮੈਸ਼ਰੀ ਉੱਥੇ ਹੀ ਗੱਲ ਹੋਏਗੀ, ਹੁਣ ਦੁਨੀਆ ਤੇ ਗੱਲ ਨਹੀਂ ਹੋਏਗੀ। 8 ਸਾਲ ਇਹਨਾਂ ਦੇ ਕਰਨਾ ਹੀ ਨਹੀਂ। 8 ਸਾਲ ਇਹਨਾਂ ਦੇ ਦਫ਼ਤਰ 'ਚ ਮੈਂ ਚੱਕਰ ਲਾਏ ਨੇ, ਮਾਫ ਕਰਨਾ ਹੀ ਨਹੀਂ। ਇਹ ਹੁਣ ਰੋਜ਼ੇ ਮੈਸ਼ਰੀ ਪਤਾ ਲੱਗੇਗਾ ਮਾਫ ਕੀਤਾ ਜਾਂ ਨਹੀਂ ਕੀਤਾ। ਨਹੀਂ, ਅਗਰ ਮੈਂ ਦਿਲੋਂ ਬੀਵੀ ਬਾਦੂਆਂ ਦੇਣ ਦੀ, ਮੇਰੇ ਬੱਚੇ ਬਾਦੂਆਂ ਦੇਣ ਡਏ ਨੇ। 2 ਟਾਈਮ ਦੀ ਰੋਟੀ ਖਾਣੀ ਤੁਸੀਂ ਤੰਗ ਆ ਗਏ ਆ। 15 ਤਰੀਕ ਹੁੰਦੀ ਹੈ ਤੇ ਸਾਨੂੰ ਮਹੀਨੇ ਦੇ ਕਿਰਾਏ ਦੀ ਪੈ ਜਾਂਦੀ ਹੈ ਕਿ ਇਹਨੂੰ ਕਿਰਾਇਆ ਮਾਲ ਹੋ ਸਕਦਾ ਤੁਹਾਨੂੰ ਅੱਛਾ ਦੇ ਦੇ। ਇਨਸਾਨ ਦਾ ਕੰਮ ਹੈ ਇਨਸਾਨ ਨੂੰ ਮਾਫ ਕਰ ਦੇਣਾ। ਅੱਲਾ ਵਾਸਤੇ ਛੱਡ ਦਿਓ। ਅੱਲਾ ਵਾਸਤੇ ਨੂੰ ਅਸੀਂ ਕਿਵੇਂ ਛੱਡੀਏ? ਮੈਂ ਛੱਡ ਦਿਆਂਗਾ, ਮੇਰੀ ਬੀਵੀ ਕਿਵੇਂ ਛੱਡੇਗੀ? ਜਿਹੜੇ ਮੇਰੇ ਬੱਚੇ ਨੇ ਉਹ ਇਹਨੂੰ ਕੀ ਕਹਿਣਗੇ? हम लोग तो ये भी नहीं कह सकते कि आप इसे माफ़ कर दो। कर तो देगा हमारे कहने पे, लेकिन जो अंदर से दिल नहीं मानेगा उसका हम क्या करेंगे? और मुझे आज बात नहीं आ रही कि मैं बात क्या करूं, और मेरे पास अल्फाज भी नहीं है कि अल्फाज में क्या इस्तेमाल करूं। हम लोग इतने गिर जाते हैं जब इस दुनिया में होते हैं। पैसा सब कुछ हमें नज़र आता है, सारा कुछ होता है। खुदा की कसम दिल खून के आंसू रो रहा है आज ये सारा कुछ आपको दिखाते हुए। और ये एक मैं कहूँगा कि इबरत का निशान है और हमें सीखना चाहिए। अल्लाह वास्ते इंसान ਨੂੰ ਮਾਫ ਕਰ ਦੇਣਾ ਚਾਹੀਦਾ। ਵੱਡਾ ਦਿਲ ਕਰ ਲਓ ਤੁਸੀਂ, ਅਗਰ ਇਹਨੇ ਨਹੀਂ ਨਾ ਵੱਡਾ ਦਿਲ ਕੀਤਾ ਤੁਸੀਂ ਕਰ ਲਓ। ਨੂੰ ਮੈਂ ਤਾਂ ਮਾਫ ਕਰ ਦਿਆਂਗਾ, ਮੇਰੀ ਬੀਵੀ ਕਿਵੇਂ ਮਾਫ ਕਰੇਗੀ? ਮੇਰੇ ਬੱਚੇ ਕਿਵੇਂ ਮਾਫ ਕਰਨਗੇ? ਤੇ ਜਿਹੜੇ ਨੇ ਬਾਕੀ ਲੋਕਾਂ ਨਾਲ ਜ਼ੁਲਮ ਕੀਤਾ ਉਹ ਕਿਵੇਂ ਮਾਫ ਕਰਨਗੇ? ਕੋਈ ਇੱਕ ਬੰਦਾ ਨਹੀਂ, ਇਦਾਂ ਦੇ ਹਜ਼ਾਰਾਂ ਬੰਦੇ ਨੇ ਕਿ ਜਿਨ੍ਹਾਂ ਦੀ ਪਲਾਟ ਤੇ ਇਹਨਾਂ ਨੇ ਕਬਜ਼ਾ ਕੀਤਾ, ਕਿਸੇ ਨੂੰ ਕਰਵਾਇਆ, ਕਿਸੇ ਕੋ ਪੈਸੇ ਲਏ ਨੇ। ਹਜ਼ਾਰਾਂ ਲੋਕ ਇਹਨਾਂ ਦੇ ਦਫ਼ਤਰਾਂ 'ਚ ਚੱਕਰ ਲਾਉਂਦੇ ਰਹੇ ਨੇ, ਉਹ ਕਿਵੇਂ ਇਹਨੂੰ ਮਾਫ ਕਰਨਗੇ? ਉਹਨਾਂ ਨੂੰ ਤੇ ਇਹਦੀ ਕਬਰ ਦਾ ਵੀ ਨਹੀਂ ਪਤਾ, ਮੈਨੂੰ ਤਾਂ ਫਿਰ ਕਬਰ ਦਾ ਪਤਾ ਕਿ मैं आज ना। आप बड़ा दिल करें, ये एंड है, ये आखिरत है, इससे आगे कुछ भी नहीं है। हमने वो उस भाई ने मेरे ने पहले ही कह दिया कि किदे वास्ते जिदे वास्ते पैसे कमाए सन वो बच्चे किधर गए नहीं। वो कभी आकर कहता है कि उस मैंने 2 साल में वो बच्चे नहीं देखे कि फातिहा किसी ने पढ़ी हो, किसी ने दुआ की हो, कब्र का हाल देख ले। और बाद में अल्लाह ना करे कि हमारा भी इसी तरह का हशर हो कि लोग पीछे पीछे हो और हम कब्र में भी चैन की नींद ना सो सके। खुदा के लिए ये कुछ छोटी बात नहीं है जो मैंने आज प्रोग्राम किया है। ये कुछ छोटी बात नहीं है हमारे मुसलमानों के लिए, बल्कि पूरी दुनिया के लिए, हमारे हुक्मरानों के लिए, हमारे इदारों के लिए। खुदा के वास्ता मैं हाथ जोड़कर आपसे अपील करता हूँ कि खुदा का वास्ता लोगों का हक खाना छोड़ दे।
हमने मरना भी, अल्लाह को जवाब देना, हजूर के यहाँ पेश होना। जब उस कचहरी में पेश होंगे तो क्या जवाब देंगे कि नीचे अल्लाह पाक फरमाएगा कि नीचे देखो, हजूर फरमाएंगे नीचे देखो, लोग तो आपके अभी भी पीछे हैं, लोगों का जो तुम हक खा कर आए हो वो तो आपको ढूंढ रहे हैं। क्या जवाब होगा हमारे पास? मुझे बस इसी बात का जवाब दे दें और कुछ नहीं मुझे चाहिए। अपने मेज़बान अंसर भट्टी को दीजिए इजाज़त। अल्लाह हाफिज़।